ਅੰਮ੍ਰਿਤਪਾਲ ਨੂੰ ਲੈ ਕੇ ਦੋ ਤਿੰਨ ਵੱਡੇ ਖੁਲਾਸੇ ਨੇ ਇੱਕ ਇੱਕ ਕਰਕੇ ਤੁਹਾਡੇ ਸਾਹਮਣੇ ਰੱਖਾਂਗੇ। ਤੇ ਪਹਿਲਾ ਵੱਡਾ ਖੁਲਾਸਾ ਸਾਡੇ ਟੌਪ ਸੋਰਸਿਸ ਇਸ ਸਮੇਂ ਜਾਣਕਾਰੀ ਦੇ ਰਹੇ ਨੇ ਅੰਮ੍ਰਿਤਪਾਲ ਨੂੰ ਲੈ ਕੇ, ਕਿਉਂਕਿ ਅੰਮ੍ਰਿਤਪਾਲ ਖਾਲਸਾ ਵਹੀਰ 19 ਤਰੀਕ ਤੋਂ ਸ਼ੁਰੂ ਕਰਨ ਜਾ ਰਿਹਾ ਸੀ। ਤਾਂ ਅੰਮ੍ਰਿਤਸਰ ਦੀ ਮਾਫੀ ਚਾਹੂੰਗਾ, ਅੰਮ੍ਰਿਤਪਾਲ ਦੀ ਖਾਲਸਾ ਵਹੀਰ ਸੋਚੀ ਸਮਝੀ ਸਾਜ਼ਿਸ਼ ਸੀ। ਇਹ ਸਾਡੇ ਟੌਪ ਸੋਰਸਿਸ ਇਸ ਸਮੇਂ ਜਾਣਕਾਰੀ ਦੇ ਰਹੇ ਨੇ ਤੇ ਜਾਣਕਾਰੀ ਹੈ ਕਿ ਵੱਖਵਾਦੀਆਂ ਦੇ ਵਿੱਚ ਆਪਣਾ ਕੱਦ ਵਧਾ ਰਿਹਾ ਸੀ ਅੰਮ੍ਰਿਤਪਾਲ। ਦੂਜੇ ਪੜਾਅ ਦੇ ਲਈ 19 ਮਾਰਚ ਦਾ ਦਿਨ ਚੁਣਿਆ ਗਿਆ। ਜਾਣ ਬੁੱਝ ਕੇ ਮੂਸੇਵਾਲਾ ਦੀ ਬਰਸੀ ਵਾਲਾ ਦਿਨ ਚੁਣਿਆ ਗਿਆ। ਮੂਸੇਵਾਲਾ ਦੀ ਬਰਸੀ ਕਰਕੇ 19 ਮਾਰਚ ਦਾ ਹੀ ਦਿਨ ਚੁਣਿਆ ਗਿਆ ਸੀ ਅੰਮ੍ਰਿਤਪਾਲ ਦੇ ਵੱਲੋਂ। ਅੰਮ੍ਰਿਤਪਾਲ ਬਣੀ ਬਣਾਈ ਭੀੜ ਨੂੰ ਵਰਤਣਾ ਚਾਹੁੰਦਾ ਸੀ ਤੇ ਇਸ ਸਮੇਂ ਖੁਲਾਸਾ ਹੋਇਆ। ਤਾਂ ਅੰਮ੍ਰਿਤਪਾਲ ਨੂੰ ਲੈ ਕੇ ਇੱਕ ਵੱਡਾ ਖੁਲਾਸਾ ਇਸ ਸਮੇਂ ਅਸੀਂ ਤੁਹਾਨੂੰ ਦੱਸ ਰਹੇ ਹਾਂ, ਕਿਉਂਕਿ ਅੰਮ੍ਰਿਤਪਾਲ ਇਸ ਸਮੇਂ ਭਗੌੜਾ ਕਰਾਰ ਦਿੱਤਾ ਗਿਆ ਤੇ ਦੂਜੇ ਪਾਸੇ ਅੰਮ੍ਰਿਤਪਾਲ ਕਿਉਂਕਿ ਖਾਲਸਾਈ ਵਜ਼ੀਰ ਉਸਦੇ ਵੱਲੋਂ ਸ਼ੁਰੂ ਕੀਤੀ ਜਾਣੀ ਸੀ ਦੂਜਾ ਪੜਾਅ ਔਰ ਐਤਵਾਰ ਤੋਂ ਯਾਨੀ ਕਿ 19 ਮਾਰਚ ਦੇ ਦਿਨ ਤੋਂ ਇਹ ਖਾਲਸਾਈ ਵਜ਼ੀਰ ਸ਼ੁਰੂ ਕੀਤੀ ਜਾਣੀ ਸੀ। ਤੇ ਇਸ ਵਿਚਾਲੇ ਜੋ ਖੁਲਾਸਾ ਹੋ ਰਿਹਾ ਹੈ ਕਿ ਇਹ ਅੰਮ੍ਰਿਤਪਾਲ ਦੇ ਵੱਲੋਂ ਜੋ ਕੋਸ਼ਿਸ਼ ਕੀਤੀ ਗਈ ਖਾਲਸਾਈ ਵਜ਼ੀਰ ਨੂੰ, ਦਰਅਸਲ ਸਿੱਧੂ ਮੂਸੇਵਾਲਾ ਦੀ ਬਰਸੀ ਦਾ ਦਿਨ ਚੁਣਿਆ ਗਿਆ। ਸਿੱਧੂ ਮੂਸੇਵਾਲਾ ਦੇ ਪਰਿਵਾਰ ਨੇ ਬਰਸੀ ਦਾ ਦਿਨ 19 ਮਾਰਚ ਪਹਿਲਾਂ ਹੀ ਮੁਕਰਰ ਕਰ ਦਿੱਤਾ ਸੀ ਕਿ ਮਾਨਸਾ ਦੀ ਅਨਾਜ ਮੰਡੀ ਦੇ ਵਿੱਚ ਵੱਡਾ ਇਕੱਠ ਕੀਤਾ ਜਾਵੇਗਾ, ਜੋ ਦਿਨ ਦੇ ਸਮੇਂ ਹੋਇਆ। ਤਾਂ ਇਹ ਦਿਨ ਚੁਣਿਆ ਗਿਆ ਇਸ ਕਰਕੇ ਹੀ ਕਿ ਉੱਥੇ ਵੱਡੀ ਗਿਣਤੀ ਦੇ ਵਿੱਚ ਭੀੜ ਹੋਵੇਗੀ ਤੇ ਉਸ ਭੀੜ ਨੂੰ ਹੀ ਇਹ ਇਸਤੇਮਾਲ ਕਰੇਗਾ। ਉਸ ਬਣੀ ਬਣਾਈ ਭੀੜ ਨੂੰ ਆਪਣੇ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕੀਤੀ ਜਾਵੇਗੀ ਅੰਮ੍ਰਿਤਪਾਲ ਦੇ ਵੱਲੋਂ। ਤੇ ਇੱਕ ਦਿਨ ਪਹਿਲਾਂ ਹੀ ਯਾਨੀ 18 ਤਰੀਕ ਨੂੰ 19 ਤਰੀਕ ਨੂੰ ਖਾਲਸਾਈ ਵਹੀਰ ਜੋ ਸ਼ੁਰੂ ਕੀਤੀ ਜਾਣੀ ਸੀ, ਉਸ ਤੋਂ ਪਹਿਲਾਂ ਹੀ ਅੰਮ੍ਰਿਤਪਾਲ ਦੇ ਉੱਤੇ ਐਕਸ਼ਨ ਕਰ ਦਿੱਤਾ ਗਿਆ ਔਰ ਅੰਮ੍ਰਿਤਪਾਲ ਦੇ ਸਾਥੀਆਂ ਨੂੰ ਕਾਬੂ ਕਰ ਲਿਆ ਗਿਆ। 19 ਮਾਰਚ ਤੋਂ ਖਾਲਸਾਈ ਵਹੀਰ ਦੀ ਸ਼ੁਰੂਆਤ ਅੰਮ੍ਰਿਤਪਾਲ ਦੇ ਵੱਲੋਂ ਕਰਨ ਦਾ ਐਲਾਨ ਕੀਤਾ ਗਿਆ ਸੀ, ਪਰ ਪੁਲਿਸ ਦੇ ਕੋਲੇ ਇਨਪੁਟ ਸਨ ਕਿ ਅੰਮ੍ਰਿਤਪਾਲ ਇਸ ਖਾਲਸਾਈ ਵਹੀਰ ਦੇ ਜ਼ਰੀਏ ਵੱਖਵਾਦੀਆਂ ਦੇ ਵਿੱਚ ਜਿਹੜੇ ਸੈਪਰੇਟਿਸਟ ਨੇ ਉਹਨਾਂ ਦੇ ਵਿੱਚ ਆਪਣਾ ਕੱਦ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਕਿਉਂਕਿ ਇਸ ਤੋਂ ਪਹਿਲਾਂ ਜ਼ਿਕਰ ਹੋ ਚੁੱਕਿਆ ਹੈ ਕਿ ISI ਦੇ ਸੰਪਰਕ ਦੇ ਵਿੱਚ ਸੀ, ਫੰਡਿੰਗ ਦੇ ਇਲਜ਼ਾਮ ਲੱਗ ਰਹੇ ਨੇ ਤੇ ਇਸ ਵਿਚਾਲੇ ਵੱਖਵਾਦੀਆਂ ਦੇ ਵਿੱਚ ਆਪਣਾ ਰੁਤਬਾ ਆਪਣਾ ਕੱਦ ਵਧਾਉਣ ਦੀ ਕੋਸ਼ਿਸ਼ ਇਸ ਜ਼ਰੀਏ ਕੀਤੀ ਜਾ ਰਹੀ ਸੀ। ਤਾਂ ਅੰਮ੍ਰਿਤਪਾਲ ਦੇ ਨਾਲ ਜੁੜਿਆ ਇੱਕ ਹੋਰ ਵੱਡਾ ਖੁਲਾਸਾ ਨਿਊਜ਼ 18 ਕਰਨ ਜਾ ਰਿਹਾ ਹੈ। ਬਹੁਤ ਟੌਪ ਸੋਰਸਿਸ ਦੇ ਹਵਾਲੇ ਤੋਂ ਸਾਡੇ ਕੋਲ ਜਾਣਕਾਰੀ ਹੈ ਕਿ ਅੰਮ੍ਰਿਤਪਾਲ ਸਿੰਘ ਭਾਰਤ ਆਉਣ ਤੋਂ ਪਹਿਲਾਂ ਜਾਰਜੀਆ ਦੇ ਵਿੱਚ ISI ਦੀ ਟ੍ਰੇਨਿੰਗ ਲਈ ਹੈ। ਉਸਨੇ ਭਾਰਤ ਆਉਣ ਤੋਂ ਪਹਿਲਾਂ ਜਾਰਜੀਆ ਦੇ ਵਿੱਚ ISI ਨੇ ਟ੍ਰੇਨਿੰਗ ਦਿੱਤੀ। ਅੰਮ੍ਰਿਤਪਾਲ ਨੂੰ ਪੰਜਾਬ ਦੇ ਵਿੱਚ ਅੱਤਵਾਦ ਫੈਲਾਉਣ ਦੇ ਲਈ ਪੂਰੀ ਯੋਜਨਾ ਘੜੀ ਗਈ ਸੀ। ਪਾਬੰਦੀਸ਼ੁਦਾ ਸਿੱਖਸ ਫਾਰ ਜਸਟਿਸ ਜਥੇਬੰਦੀ ਦੇ ਨਾਲ ਵੀ ਸੰਬੰਧ ਨੇ। ਕੰਮ ਦੇ ਤਰੀਕੇ ਨਾਲ ਖੁਦ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਇੱਕ ਧੜਾ ਅੰਮ੍ਰਿਤਪਾਲ ਤੋਂ ਨਾਰਾਜ਼ ਹੈ ਜਾਂ ਨਾਰਾਜ਼ ਨਜ਼ਰ ਆਇਆ। ਜਥੇਬੰਦੀ ਦੀ ਥਾਂ ਵਿਦੇਸ਼ ਦੇ ਵਿੱਚ ਬੈਠੇ ਆਕਾਵਾਂ ਦੀ ਸੁਣਦਾ ਸੀ ਅੰਮ੍ਰਿਤਪਾਲ। ਇਹ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਇੱਕ ਧੜਾ ਇਲਜ਼ਾਮ ਲਗਾਉਂਦਾ ਹੈ ਤੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਨਾਮ ਤੋਂ ਇਕੱਠੇ ਫੰਡ ਦਾ ਹਿਸਾਬ ਨਹੀਂ ਦਿੱਤਾ ਜਾਂਦਾ। ਇਹ ਵੀ ਇੱਕ ਇਲਜ਼ਾਮ ਅੰਮ੍ਰਿਤਪਾਲ ਦੇ ਉੱਤੇ ਲੱਗਦਾ ਨਜ਼ਰ ਆ ਰਿਹਾ। ਸਾਜ਼ਿਸ਼ ਦੇ ਤਹਿਤ ਗਨ ਕਲਚਰ ਨੂੰ ਪ੍ਰਮੋਟ ਪੰਜਾਬ ਦੇ ਵਿੱਚ ਕੀਤਾ ਗਿਆ, ਕਿਉਂਕਿ ਅੰਮ੍ਰਿਤਪਾਲ ਜਦੋਂ ਵੀ ਨਿਕਲਦਾ ਸੀ ਜਾਂ ਜਦੋਂ ਵੀ ਜਿੱਥੇ ਵੀ ਜਾਂਦਾ ਸੀ ਪ੍ਰੋਗਰਾਮ ਦੇ ਵਿੱਚ, ਤਾਂ ਉਸਦੇ ਸਾਥੀ ਜੋ 8-10 ਨਾਲ ਹੁੰਦੇ ਸਨ, ਸਭ ਦੇ ਕੋਲ ਹਥਿਆਰ ਹੁੰਦੇ ਸੀ ਔਰ ਇਸ ਦੇ ਉੱਤੇ ਵੀ ਇਤਰਾਜ਼ ਜਤਾਇਆ ਜਾ ਰਿਹਾ ਸੀ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਇੱਕ ਧੜੇ ਦੇ ਵੱਲੋਂ। ਤੇ ਦੂਜੇ ਪਾਸੇ ਅਜਨਾਲ ਦੇ ਵਿੱਚ ਜਿਸ ਤਰੀਕੇ ਨਾਲ ਪੂਰਾ ਘਟਨਾਕ੍ਰਮ ਵਾਪਰਿਆ, ਥਾਣੇ ਦੇ ਉੱਤੇ ਹਮਲਾ ਹੋਇਆ, ਕੁਝ ਪੁਲਿਸ ਵਾਲੇ ਫੱਟੜ ਹੋ ਗਏ, ਗੁਰੂ ਸਾਹਿਬ ਦੀ ਆੜ ਲੈਣ ਦੇ ਇਲਜ਼ਾਮ ਲੱਗੇ, ਤਾਂ ਅਜਨਾਲਾ ਕਾਂਡ ਨੂੰ ਵੱਡੀ ਜਿੱਤ ਦੇ ਤੌਰ ਦੇ ਉੱਤੇ ਵੀ ਅੰਮ੍ਰਿਤਪਾਲ ਪੇਸ਼ ਕਰ ਰਿਹਾ ਸੀ। ਦੀਪ ਸਿੱਧੂ ਦੇ ਤਿਆਰ ਪਲੇਟਫਾਰਮ ਦੀ ਵਰਤੋਂ ਕਰ ਰਿਹਾ ਸੀ, ਇਹ ਵੀ ਇਲਜ਼ਾਮ ਲੱਗ ਰਹੇ ਨੇ। ਦੀਪ ਸਿੱਧੂ ਦੇ ਪਰਿਵਾਰ ਨੂੰ ਹੀ ਜਥੇਬੰਦੀ ਤੋਂ ਦੂਰ ਕਰ ਦਿੱਤਾ ਗਿਆ, ਇਹ ਵੀ ਇਲਜ਼ਾਮ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਇੱਕ ਧੜਾ ਅੰਮ੍ਰਿਤਪਾਲ ਦੇ ਉੱਤੇ ਲਗਾਉਂਦਾ ਹੋਇਆ ਨਜ਼ਰ ਆਇਆ ਹੈ। ਪਰ ਜੋ ਸਭ ਤੋਂ ਅਹਿਮ ਹੈ, ਕਿਉਂਕਿ ISI ਦੇ ਨਾਲ ਲਿੰਕਸ ਦਾ ਇਸ ਸਮੇਂ ਜ਼ਿਕਰ ਹੋ ਰਿਹਾ ਹੈ ਤੇ ਇਹ ਵੀ ਇਲਜ਼ਾਮ ਨੇ ਕਿ ਭਾਰਤ ਆਉਣ ਤੋਂ ਪਹਿਲਾਂ ਜਾਰਜੀਆ ਦੇ ਵਿੱਚ ISI ਦੇ ਵੱਲੋਂ ਅੰਮ੍ਰਿਤਪਾਲ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ। ਪੰਜਾਬ ਦੇ ਵਿੱਚ ਅੱਤਵਾਦ ਫੈਲਾਉਣ ਦੀ ਇੱਕ ਪੂਰੀ ਪਲੈਨਿੰਗ ਘੜੀ ਗਈ ਸੀ ਕਿ ਪੰਜਾਬ ਦੇ ਵਿੱਚ ਮੁੜ ਤੋਂ ਹਾਲਾਤ ਖਰਾਬ ਕੀਤੇ ਜਾਣ। ਜਿਹੜੇ ਲੋਕਾਂ ਨੇ ਪੰਜਾਬ ਦਾ ਕਾਲਾ ਦੌਰ ਦੇਖਿਆ ਹੈ, ਉਹ 80 ਦਾ ਦਹਾਕਾ ਜਾਂ 90 ਦੀ ਸ਼ੁਰੂਆਤੀ ਸਾਲ, ਤਾਂ ਬਾਖੂਬੀ ਸਮਝਦੇ ਹੋਣਗੇ ਕਿ ਉਸ ਸਮੇਂ ਕਿਹੋ ਜਿਹਾ ਮਾਹੌਲ ਪੰਜਾਬ ਦੇ ਵਿੱਚ ਹੁੰਦਾ ਸੀ। ਤਾਂ ਪੰਜਾਬ ਨੂੰ ਉਸ ਤਰ੍ਹਾਂ ਦੇ ਹੀ ਕਾਲੇ ਦੌਰ ਦੇ ਵਿੱਚ ਦੁਬਾਰਾ ਧੱਕਣ ਦੀ ਇੱਕ ਬਹੁਤ ਵੱਡੀ ਪਲੈਨਿੰਗ ਕੀਤੀ ਗਈ ਸੀ ਔਰ ਪੰਜਾਬ ਦੇ ਜਾਂ ਦੇਸ਼ ਦੇ ਦੁਸ਼ਮਣਾਂ ਦੇ ਵੱਲੋਂ। ਤਾਂ ਉਸ ਦਾ ਇੱਕ ਮੋਹਰਾ ਅੰਮ੍ਰਿਤਪਾਲ ਸਿੰਘ ਵੀ ਸੀ। ਖੈਰ, ਇਹ ਇਲਜ਼ਾਮ ਇਸ ਸਮੇਂ ਲੱਗ ਰਹੇ ਨੇ। ਸਾਡੇ ਟੌਪ ਸੋਰਸਿਸ ਜੋ ਸਾਨੂੰ ਜਾਣਕਾਰੀ ਦੇ ਰਹੇ ਨੇ ਕਿ ਭਾਰਤ ਆਉਣ ਤੋਂ ਪਹਿਲਾਂ ਜਾਰਜੀਆ ਦੇ ਵਿੱਚ ISI ਦੀ ਟ੍ਰੇਨਿੰਗ ਲਈ ਗਈ ਅੰਮ੍ਰਿਤਪਾਲ ਸਿੰਘ ਦੇ ਵੱਲੋਂ ਤੇ ਪੰਜਾਬ ਦੇ ਵਿੱਚ ਟੈਰਰਿਜ਼ਮ ਫੈਲਾਇਆ ਜਾਵੇ, ਮੁੜ ਸੁਰਜੀਤ ਕੀਤਾ ਜਾਵੇ, ਉਸ ਦੀ ਵੀ ਪੂਰੀ ਯੋਜਨਾ ਬਣਾਈ ਗਈ। ਪਾਬੰਦੀਸ਼ੁਦਾ ਸਿੱਖਸ ਫਾਰ ਜਸਟਿਸ ਗੁਰਪਤਵੰਤ ਸਿੰਘ ਪੰਨੂਵਾਲੀ
ਪੰਨੂ ਜਿਹੜਾ ਲਗਾਤਾਰ ਖਾਲਿਸਤਾਨ ਦੇ ਨਾਰੇ ਇੱਥੇ ਲਿਖਣ ਨੂੰ ਲੈ ਕੇ ਨੌਜਵਾਨਾਂ ਨੂੰ ਵਰਗਲਾਉਂਦਾ ਰਹਿੰਦਾ ਹੈ, ਉਸ ਪੰਨੂ ਉਹਦੀ ਜਥੇਬੰਦੀ ਸਿਕਸ ਫॉर ਜਸਟਿਸ ਦੇ ਨਾਲ ਵੀ ਸੰਬੰਧ ਨੇ। ਅੰਮ੍ਰਿਤਪਾਲ ਸਿੰਘ ਦੇ ਇਹ ਵੀ ਟਾਪ ਸੋਰਸਿਸ ਇਸ ਸਮੇਂ ਜਾਣਕਾਰੀ ਦੇ ਰਹੇ ਨੇ। ਤਾਂ एक एक करके बहुत सारे खुलासे और बहुत सारे तथ्य निकल के सामने आ रहे हैं। खैर बाकी सब कुछ जांच का विषय जरूर है कि ਅੰਮ੍ਰਿਤਪਾਲ ਕਿੱਥੋਂ ਆਇਆ, ਕਿਉਂ ਇੰਨੀ ਸੁਰਖੀਆਂ ਦੇ ਵਿੱਚ ਰਿਹਾ, ਉਸ ਦੇ ਪਿੱਛੇ ਕੌਣ ਸੀ। ਜਦੋਂ ਅੰਮ੍ਰਿਤਪਾਲ ਪਿਛਲੇ 2-4-6 ਮਹੀਨੇ ਤੋਂ ਜ਼ਬਰਦਸਤ ਫੇਮ ਹਾਸਲ ਕਰ ਰਿਹਾ ਸੀ, ਜੋ ਉਸ ਦਾ ਜ਼ਿਕਰ ਹੋ ਰਿਹਾ ਸੀ, ਤਾਂ ਲੋਕਾਂ ਦੇ ਜ਼ਿਹਨ ਦੇ ਵਿੱਚ ਉਸ ਸਮੇਂ ਵੀ ਸਵਾਲ ਆਉਂਦਾ ਸੀ ਕਿ ਆਖਿਰ ਇਸ ਸ਼ਖਸ ਦੇ ਪਿੱਛੇ ਹੈ ਕੌਣ, ਕਿ ਇੰਨੀ ਜ਼ਿਆਦਾ ਇਸ ਨੂੰ ਤਵੱਜੋ ਕਿਉਂ ਮਿਲ ਰਹੀ ਹੈ। खैर ਅੰਮ੍ਰਿਤਪਾਲ ਦੇ ਖਿਲਾਫ ਹੁਣ ਸ਼ਿਕੰਜਾ ਕੱਸਦਾ ਹੋਇਆ ਨਜ਼ਰ ਆ ਰਿਹਾ ਹੈ।